हाँ जी स्टूडेंट्स वेलकम करते हैं तुहाडा तूर स्टडी क्लास यूट्यूब चैनल दे विच। इस वीडियो दे विच स्टूडेंट्स आपां BA ਸਮੈਸਟਰ 3rd ਦੇ ਲਈ BA ਸਮੈਸਟਰ 3rd ਦੇ ਲਈ ਆਪਾਂ ਜਿਹੜਾ ਕਿ ਟੌਪਿਕ ਕਰਾਂਗੇ ਅੱਜ ਪੰਜਾਬੀ ਲਾਜ਼ਮੀ ਦਾ ਪੰਜਾਬੀ ਕੰਪਲਸਰੀ ਦਾ ਨਾਵਲ ਅਤੇ ਨਾਵਲੇਟ ਦੇ ਵਿੱਚ ਅੰਤਰ ਫਰਕ। ठीक है, इस तो पहला ਆਪਾਂ ਨਾਵਲ ਤੇ ਕਹਾਣੀ ਦੇ ਵਿੱਚ ਅੰਤਰ ਆਲਰੇਡੀ ਕਰ ਚੁੱਕੇ ਹਾਂ। अगर ਤੁਸੀਂ क्वेश्चन नहीं वॉच किया तो जरूर वॉच करो। ਹੁਣ ਇਸ ਦੇ ਵਿੱਚ ਆਪਾਂ ਨਾਵਲ ਅਤੇ ਨਾਵਲੇਟ ਦੇ ਵਿੱਚ ਅੰਤਰ ਕਰਾਂਗੇ ਤੇ ਮੈਂ ਬਹੁਤ ਹੀ ਈਜ਼ੀ ਵਰਡਿੰਗ ਦੇ ਵਿੱਚ ਸਮਝਾਉਂਗੀ ਤਾਂ ਕਿ ਤੁਸੀਂ ਬਹੁਤ ਸੌਖੇ ਢੰਗ ਦੇ ਨਾਲ ਸਮਝ ਸਕੋ। ਤੇ ਇਸ ਦੇ ਵਿੱਚ ਜਿਹੜੇ ਕਿ ਤੁਹਾਨੂੰ ਮੈਂ ਹੈਡਿੰਗਸ ਰੱਖ ਕੇ ਹੈਡਿੰਗਸ ਦੇ ਰਾਹੀਂ ਵੀ ਤੁਸੀਂ ਇਹਨੂੰ ਜਿਹੜੇ ਕਿ ਆਪਣਾ ਲਰਨ ਕਰ ਸਕਦੇ ਹੋ। ठीक है, देखो ये हैडिंग बना के जोड़े कि इन्होंने डिफरेंस दसिया होया। हाँ जी, नावल तो निक्की कहानी विच अंतर आप ऑलरेडी कर चुके। इस दे विच नावल ते नावलेट दे विच अंतर। हाँ जी, नावल ते नावलेट दे विच फर्क अंतर। नावल नावलेट निक्की कहानी लंबी कहानी मिनी कहानी पंजाबी का जिहड़ा गल्प साहित्य आ उहदे ये रूप ने। ठीक है, पंजाबी का गल्प साहित्य दे रूप ने नावल नावलेट निक्की कहानी लंबी कहानी मिनी कहानी। तो पंजाबी दे विच ये सारे साहित्य रूप पश्चिमी साहित्य दे विचों आए ने। ठीक है, अंग्रेजी दे विच इन्हां दे लई जिहड़े जिहड़े शब्द ने जिवें कि मिनी कहानी दे लई फ्लैश फिक्शन, निक्की कहानी दे लई शॉर्ट स्टोरी, नावलेट ठीक है लंबी कहानी, नोवेला दे विच लंबी कहानी आ जांदी नॉवल। ठीक है, ये इंग्लिश दे विच वर्ड ने तो उन्होंने पंजाबी दे विच। हाँ जी, हुण आपां पहलां नावल बारे करदे कि नावल की है। डॉक्टर TR विनोद अनुसार मोटे तौर पर आपां की कह सकते कि नावल वार्तिक दे विच लिखिया गया लंबा बिरतांत आ। वार्तक आ जिहड़ा कि वार्तक साहित्य दे विच जिहड़ा नावल आ वो सब तो वड्डे आकार दा हुंदा। बाकी साहित्य रूपां दे नालों सब तो वड्डे आकार दा हुंदा नावल। नावल दा आकार है जिहड़ा कि बाकी सब दे नालों ਵੱਡਾ ਹੁੰਦਾ ਲੰਬਾ ਹੁੰਦਾ ਤੇ ਲੰਬੇ ਬਿਰਤਾਂਤ ਵਾਲੀ ਹੈ। ਤੇ ਨਾਵਲ ਸਾਹਿਤ ਦਾ ਉਹ ਗਦ ਰੂਪ ਹੈ ਜਿਸ ਦੇ ਵਿੱਚ ਘਟਨਾਵਾਂ ਜਾਂ ਘਟਨਾ ਦਾ ਵਿਉਂਤਬੱਧ ਵਰਣਨ ਹੁੰਦਾ। ਭਾਵ ਕਿ ਜਿਹੜੀ ਕੋਈ ਘਟਨਾ ਡਿਸਕ੍ਰਾਈਬ ਕਰਨੀ ਆ ਉਹਦਾ ਕੀ ਨਤੀਜਾ ਨਿਕਲਿਆ, ਕਦੋਂ ਸ਼ੁਰੂਆਤ ਹੋਈ, ਕੀ ਕੌਣ ਕੌਣ ਦੇ ਨਾਲ ਸੰਬੰਧਿਤ ਨੇ, ਸਭ ਦਾ ਅੱਗੇ ਅੱਗੇ ਵੇਰਵਾ ਦੇ ਕੇ ਇਹਦੇ ਵਿੱਚ ਪੂਰਾ ਵਿਸਥਾਰ ਦੇ ਵਿੱਚ ਦਿੱਤਾ ਹੁੰਦਾ। ਠੀਕ ਹੈ, ਜੋ ਕਿ ਇੱਕ ਜਾਂ ਕਈ ਪਾਤਰਾਂ ਨਾਲ ਵਾਪਰਦੀਆਂ ਹੁੰਦੀਆਂ ਨੇ। ਭਾਵ ਕਿ ਇਹ ਘਟਨਾਵਾਂ ਕਿ ਇੱਕ ਪਾਤਰ ਨਾਲ ਨਹੀਂ ਵਾਪਰਦੀਆਂ, ਬਹੁਤ ਸਾਰੇ ਪਾਤਰਾਂ ਨਾਲ ਵਾਪਰੇ ਵੇ ਹੁੰਦੇ ਹਨ। वो सब कुछ है जिहड़े कि नावल दे विच वर्णन हुंदा। हुण आपां नावलेट बारे गल करांगे। पंजाबी दे विच नावलेट दी रचना ठीक है नावलेट जां नावलेट ठीक है जे मर्जी लिख लो दी रचना भावें घट होई है, पर इस बारे जिहड़े पंजाबी साहित्यकार ने ते साहित्य जिहड़े सिद्धांतकार ने ओह मुੱਢ तो ही चेतन ने। भाव कि मुੱਢ तो ही शुरुआत तो ही इस दे प्रति चेतन रहे ने। ਤਾਂ ਡਾਕਟਰ ਸਤਿੰਦਰ ਸਿੰਘ ਨੂਰ ਆਪਣੇ ਇੱਕ ਲੇਖ ਦੇ ਵਿੱਚ ਨਾਵਲੇਟ ਬਾਰੇ ਚਰਚਾ ਕਰਦੇ ਹੋਏ ਦੱਸਦੇ ਨੇ ਕਿ ਇਸ ਨੂੰ ਇੱਕ ਟ੍ਰਾਂਸਟਰੀ ਵਿਧੀ ਦੇ ਰੂਪ ਦੇ ਤੌਰ ਤੇ ਜਿਹੜੇ ਕਿ ਆਪਾਂ ਸਵੀਕਾਰ ਕਰਦੇ। ਭਾਵ ਕਿ ਨਾਵਲੇਟ ਨੂੰ ਇੱਕ ਜਿਵੇਂ ਜਿਵੇਂ ਆਪਾਂ ਕੋਈ ਚੀਜ਼ ਅੱਗੇ ਅੱਗੇ ਟ੍ਰਾਂਸਫਰ ਹੁੰਦੀ ਹੈ ਉਸ ਹਿਸਾਬ ਦੇ ਨਾਲ ਆਪਾਂ ਉਸ ਵਿਧਾ ਦੇ ਤੌਰ ਤੇ ਇਹਨੂੰ ਮੰਨਦੇ ਨੇ, ਟ੍ਰਾਂਸਟਰੀ ਵਿਧਾ ਦੇ ਤੌਰ ਤੇ। ਉਹਨਾਂ ਦੇ ਅਨੁਸਾਰ ਯੂਰਪ ਦੇ ਵਿੱਚ ਜਦੋਂ ਨਾਵਲ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਤਾਂ ਪਹਿਲਾ ਪਹਿਲ ਵੱਖ-ਵੱਖ ਯੂਰਪੀ ਭਾਸ਼ਾਵਾਂ ਦੇ ਵਿੱਚ ਇਸ ਲਈ ਸ਼ਬਦ। ਭਾਵ ਕਿ ਜਦੋਂ ਨਾਵਲ ਦੀ ਸ਼ੁਰੂਆਤ ਹੋਈ ਤਾਂ ਨਾਵਲ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਇਹਦੇ ਲਈ ਕੀ ਸ਼ਬਦ ਹੋਇਆ ਸੀ? ਨਵੇਲੋ। ਠੀਕ ਹੈ, ਫਿਰ ਨਵਲੋ, ਫਿਰ ਨਾਵਲੇਟ ਸਾਹਮਣੇ ਆਇਆ, ਫਿਰ ਹੌਲੀ ਹੌਲੀ ਕੀ ਬਣਿਆ? ਨਾਵਲ ਬਣਿਆ। ਭਾਵ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਾਵਲੇਟ ਸ਼ਬਦ ਹੈ ਇਹ ਟ੍ਰਾਂਸਫਰ ਸ਼ਬਦ ਆ। ਭਾਵ ਕਿ ਪਹਿਲਾਂ ਇਹ ਨਾਮ ਸੀ ਨਾਵਲ ਦਾ, ਫਿਰ ਇਹ ਚੇਂਜ ਹੋ ਕੇ ਕੀ ਬਣ ਗਿਆ? ਨਾਵਲ ਬਣ ਗਿਆ। ਠੀਕ ਹੈ, ਪਹਿਲਾਂ ਕੀ ਹੋਇਆ? ਨਵੇਲੋ, ਫਿਰ ਨਵਲੋ, ਫਿਰ ਨਾਵਲੇਟ। ਠੀਕ ਹੈ, ਫਿਰ ਆਇਆ ਜਿਹੜਾ ਕਿ ਨਾਵਲ। ਤੇ ਨਾਵਲ ਛੋਟੇ ਆਕਾਰ ਦੇ ਹੁੰਦੇ ਨੇ, ਜਿਹੜੇ ਕਿ ਆਕਾਰ ਦੇ ਛੋਟੇ ਹੁੰਦੇ ਨੇ। ਨਾਵਲ ਜਿਹੜੇ ਛੋਟੇ ਆਕਾਰ ਦੇ ਹੁੰਦੇ ਨੇ ਠੀਕ ਹੈ ਛੋਟੇ ਆਕਾਰ ਦੇ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ? ਨਾਵਲੇਟ ਆਖ ਲਿਆ ਗਿਆ। ਭਾਵ ਕਿ ਜਿਹੜੇ ਨਾਵਲ ਛੋਟੇ ਆਕਾਰ ਦੇ ਸੀ ਉਹਨਾਂ ਨੂੰ ਕੀ ਨਾਂ ਦਿੱਤਾ ਗਿਆ? ਨਾਵਲੇਟ ਕਹਿਤਾ। ਤੇ ਜਦੋਂ ਨਾਵਲ ਦਾ ਰੂਪ ਸਥਾਪਿਤ ਹੁੰਦਾ ਗਿਆ ਉਦੋਂ ਸਮੁੱਚੇ ਨਾਵਲ ਦੇ ਲਈ ਸ਼ਬਦ ਨਾਵਲ ਹੀ ਵਰਤੇਗਾ। ਭਾਵ ਕਿ ਜਿਹੜੇ ਛੋਟੇ ਛੋਟੇ ਨਾਵਲ ਸੀ ਉਹਨਾਂ ਨੂੰ ਨਾਵਲੇਟ ਕਿਹਾ ਜਾਣ ਲੱਗਿਆ। ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਜਿਹੜਾ ਨਾਵਲ ਹੈ ਉਹਦਾ ਰੂਪ ਅੱਗੇ ਅੱਗੇ ਵੱਧਦਾ ਗਿਆ, ਵਿਸਥਾਰ ਹੁੰਦਾ ਗਿਆ, ਤਾਂ ਫਿਰ ਉਹਦੇ ਲਈ ਕੀ ਸ਼ਬਦ ਪੈ ਗਿਆ? ਜਿਹੜੇ ਕਿ ਨਾਵਲ ਪੈ ਗਿਆ। ਤੇ ਇੱਕ ਰੂਪਾਕਾਰ ਦੇ ਤੌਰ ਤੇ ਜਿਹੜੇ ਕਿ ਨਾਵਲੇਟ ਅੰਗਰੇਜ਼ੀ ਤੇ ਜਰਮਨ ਦੇ ਵਿੱਚ ਵਧੇਰੇ ਮਕਬੂਲ ਰਿਹਾ। ਭਾਵ ਕਿ
ਇੱਕ ਰੂਪ ਦੇ ਤੌਰ ਤੇ ਆਪਾਂ ਕਹਿ ਸਕਦੇ ਕਿ ਨਾਵਲੇਟ ਅੰਗਰੇਜ਼ੀ ਤੇ ਜਰਮਨ ਭਾਸ਼ਾ ਦੇ ਵਿੱਚ ਵਧੇਰੇ ਰਿਹਾ। ਤੇ ਲਘੂ ਨਾਵਲ ਨੂੰ ਆਪਾਂ ਉਪਨਿਆਸ ਵੀ ਕਹਿੰਦੇ ਹੁੰਦੇ ਨਾਵਲ ਨੂੰ, ਜਾਂ ਜਿਹੜਾ ਨਾਵਲੇਟ ਆ ਉਹ ਗਲਪ ਸਾਹਿਤ ਦੇ ਉਸ ਰੂਪ ਨੂੰ ਕਹਿੰਦੇ ਆਪਾਂ ਜਿਹੜਾ ਆਕਾਰ ਦੇ ਵਿੱਚ ਸਧਾਰਨ ਕਹਾਣੀ ਦੇ ਨਾਲੋਂ ਲੰਬਾ ਹੁੰਦਾ ਤੇ ਸੰਪੂਰਨ ਜਿਹੜਾ ਨਾਵਲ ਹੈ ਉਪਨਿਆਸ ਭਾਵ ਕਿ ਨਾਵਲ ਦੇ ਨਾਲੋਂ ਛੋਟਾ ਹੁੰਦਾ। ਭਾਵ ਕਿ ਉਹਨੂੰ ਆਪਾਂ ਨਾਵਲੇਟ ਕਹਿੰਦੇ ਆ ਜਿਹੜਾ ਨਾਵਲ ਛੋਟੇ ਆਕਾਰ ਦਾ ਹੁੰਦਾ, ਠੀਕ ਹੈ। ਜਿਹੜੇ ਛੋਟੇ ਆਕਾਰ ਦਾ ਵਿੱਚ ਹੁੰਦਾ ਉਹਨੂੰ ਆਪਾਂ ਨਾਵਲੇਟ ਕਹਿ ਦਿੰਦੇ ਆ, ਬਟ ਜਿਹੜੀ ਕਹਾਣੀ ਹੈ ਉਹਦੇ ਨਾਲੋਂ ਉਹ ਲੰਬਾ ਹੁੰਦਾ। ਤੇ ਜਿਹੜਾ ਨਾਵਲੇਟ ਸ਼ਬਦ ਹੈ ਇਹ ਜਰਮਨ ਸ਼ਬਦ ਨੋਵੇਲਾ ਦਾ ਕੀ ਹੈ, ਇਹ ਪਰਿਵਾਚੀ ਸ਼ਬਦ ਹੈ, ਠੀਕ ਹੈ। ਨੋਵੇਲਾ ਦਾ ਇਹ ਪਰਿਵਾਚੀ ਸ਼ਬਦ ਹੈ। ਠੀਕ ਹੈ। ਪਰਿਵਾਚੀ ਸ਼ਬਦ ਜਿਵੇਂ ਜਲ ਨੂੰ ਆਪਾਂ ਜਿਹੜੇ ਕਿ ਪਾਣੀ, ਨੀਰ ਐਵੇਂ ਕਹਿ ਦਿੰਦੇ ਪਰਿਵਾਚੀ ਸ਼ਬਦ, ਐਵੇਂ ਜਰਮਨ ਦੇ ਵਿੱਚ ਜਿਹੜੇ ਕਿ ਨਾਵਲੇਟ ਦਾ ਸ਼ਬਦੀ ਅਰਥ ਹੈ ਨੋਵੇਲਾ, ਠੀਕ ਹੈ, ਪਰਿਵਾਚੀ। ਤੇ ਜਿਹੜਾ ਛੋਟੇ ਆਕਾਰ ਵਾਲੇ ਨਾਵਲ ਦੇ ਲਈ ਵਰਤਿਆ ਜਾਂਦਾ, ਛੋਟੇ ਆਕਾਰ ਦੇ ਨਾਵਲ ਦੇ ਲਈ ਕੀ ਵਰਤਿਆ ਜਾਂਦਾ, ਨਾਵਲੇਟ ਸ਼ਬਦ ਵਰਤਿਆ ਜਾਂਦਾ। ਤੇ ਸ਼ਬਦਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਨਾਵਲੇਟ 17,000 ਤੋਂ ਲੈ ਕੇ 40,000 ਤੱਕ ਇਹਦੇ ਵਿੱਚ ਸ਼ਬਦਾਂ ਦੀ ਗਿਣਤੀ ਹੁੰਦੀ ਹੈ। ਤੇ ਨਾਵਲੇਟ ਦੇ ਵਿੱਚ 17,000 ਤੋਂ ਲੈ ਕੇ ਜਿਹੜਾ ਨੋਵੇਲਾ, ਠੀਕ ਹੈ, ਨਾਵਲੇਟ ਹੈ ਜਿਹਨੂੰ ਆਪਾਂ ਭਾਵ ਕਿ ਇਹਦਾ ਪ੍ਰਾਈਵੇਚੀ ਸ਼ਬਦ ਹੈ, ਨੋਵੇਲਾ ਦੇ ਲਈ ਵਰਤਿਆ ਜਾਂਦਾ ਨਾਵਲੇਟ ਸ਼ਬਦ। ਤੇ ਨਾਵਲੇਟ ਦੇ ਵਿੱਚ 17,000 ਸ਼ਬਦ ਤੋਂ ਲੈ ਕੇ 40,000 ਤੱਕ ਸ਼ਬਦ ਹੁੰਦੇ ਨੇ, 40,000 ਤੱਕ ਸ਼ਬਦ, ਠੀਕ ਹੈ। ਜਿਹਦੇ ਵਿੱਚ 17,000 ਤੋਂ ਲੈ ਕੇ 40,000 ਤੱਕ ਸ਼ਬਦ ਹੁੰਦੇ ਨੇ ਉਹਨੂੰ ਆਪਾਂ ਨਾਵਲੇਟ ਕਹਿੰਦੇ ਹਾਂ। ਤੇ ਐਵੇਂ ਜਿਹੜੇ ਬਾਕੀ ਸਾਹਿਤ ਦੇ ਰੂਪ ਨੇ ਉਹਨਾਂ ਦੇ ਵਿੱਚ ਮਿੰਨੀ ਕਹਾਣੀ ਦੇ ਵਿੱਚ 53 ਸ਼ਬਦਾਂ ਤੋਂ ਲੈ ਕੇ 1,000 ਤੱਕ ਸ਼ਬਦ ਹੁੰਦੇ ਨੇ। ਤੇ ਨਿੱਕੀ ਕਹਾਣੀ ਦੇ ਵਿੱਚ 3500 ਤੋਂ ਲੈ ਕੇ 7,500 ਤੱਕ ਸ਼ਬਦ ਹੁੰਦੇ ਨੇ, 7,500 ਤੱਕ ਸ਼ਬਦ ਹੁੰਦੇ ਨੇ ਨਿੱਕੀ ਕਹਾਣੀ ਦੇ ਵਿੱਚ। ਤੇ ਲੰਬੀ ਕਹਾਣੀ ਦੇ ਵਿੱਚ 7,500 ਤੋਂ ਲੈ ਕੇ 17,000 ਤੱਕ ਸ਼ਬਦ ਹੁੰਦੇ ਨੇ, 17,000 ਤੱਕ। ਤੇ ਨਾਵਲੇਟ ਦੇ ਵਿੱਚ 17,000 ਤੋਂ ਲੈ ਕੇ 40,000 ਤੱਕ ਸ਼ਬਦ ਹੁੰਦੇ ਨੇ। ਤੇ ਨਾਵਲ ਦੇ ਵਿੱਚ 40,000 ਪਲੱਸ ਸ਼ਬਦ ਹੁੰਦੇ ਨੇ, ਭਾਵ ਕਿ 40,000 ਤਾਂ ਹੁੰਦੇ ਹੀ ਹੁੰਦੇ ਨੇ, ਉਸ ਤੋਂ ਬਾਅਦ ਇਹਦੇ ਵਿੱਚ ਬਾਕੀ ਜਿਹੜੇ ਕਿ ਜਿੰਨੇ ਮਰਜ਼ੀ ਹੋ ਜਾਣ, ਚਾਹੇ 50,000 ਹੋ ਜਾਣ, 60,000 ਹੋ ਜਾਣ, ਪਲੱਸ ਹੁੰਦੇ ਨੇ, ਠੀਕ ਹੈ। ਨਿੱਕੀ ਕਹਾਣੀ ਤੇ ਲੰਬੀ ਕਹਾਣੀ ਬਿਰਤਾਂਤ ਗਲਪ ਦੇ ਰੂਪ ਨੇ, ਠੀਕ ਹੈ, ਰੂਪ ਹਨ। ਤੇ ਲੰਬੀ ਕਹਾਣੀ ਆਕਾਰ ਦੇ ਵਿੱਚ ਨਿੱਕੀ ਕਹਾਣੀ ਤੋਂ ਵੱਡੀ ਹੁੰਦੀ ਹੈ ਪਰ ਨਾਵਲੇਟ ਨਾਲੋਂ ਛੋਟੀ ਹੁੰਦੀ ਹੈ, ਠੀਕ ਹੈ, ਨਾਵਲੇਟ ਨਾਲੋਂ ਛੋਟੀ ਹੁੰਦੀ ਹੈ। ਭਾਵ ਕਿ ਨਾਵਲੇਟ ਜਿਵੇਂ ਆਪਾਂ ਨੇ ਪਹਿਲਾਂ ਹੀ ਕੀਤਾ ਸੀ ਕਿ ਨਾਵਲੇਟ ਹੈ ਜਿਹੜੇ ਕਿ ਕਹਾਣੀ ਦੇ ਨਾਲ ਵੱਡਾ ਹੁੰਦਾ ਬਟ ਨਾਵਲ ਨਾਲੋਂ ਛੋਟਾ ਹੁੰਦਾ। ਤੇ ਨਾਵਲੇਟ ਦੇ ਵਿੱਚ ਸ਼ਬਦਾਂ ਦੀ ਗਿਣਤੀ ਆਮ ਤੌਰ ਤੇ 17,000 ਤੋਂ ਲੈ ਕੇ 40,000 ਤੱਕ ਹੁੰਦੀ ਆ। ਤੇ ਇਹਦੇ ਵਿੱਚ ਜੇ ਆਪਾਂ ਨੇ ਪੰਨਿਆਂ ਦੀ ਗਿਣਤੀ ਲਿਖਣੀ ਹੋਵੇ ਤੁਸੀਂ 60 ਤੋਂ ਲੈ ਕੇ 130 ਤੱਕ ਪੰਨੇ ਹੁੰਦੇ ਨੇ, 60 ਤੋਂ ਲੈ ਕੇ 130 ਤੱਕ ਇਹਦੇ ਵਿੱਚ ਪੰਨਿਆਂ ਦੀ ਗਿਣਤੀ ਸ਼ਾਮਲ ਹੁੰਦੀ ਹੈ। ਵੀ ਜਿਹੜਾ ਨਾਵਲੇਟ ਹੈ ਉਹਦੇ ਵਿੱਚ ਪੰਨਿਆਂ ਦੀ ਗਿਣਤੀ ਕਿੰਨੀ ਹੁੰਦੀ ਹੈ, ਪੰਨਿਆਂ ਦੀ ਗਿਣਤੀ 60 ਤੋਂ ਲੈ ਕੇ 130 ਤੱਕ, 60 ਤੋਂ ਲੈ ਕੇ 130 ਤੱਕ ਪੰਨਿਆਂ ਦੀ ਗਿਣਤੀ ਸ਼ਾਮਲ ਹੁੰਦੀ ਹੈ ਨਾਵਲੇਟ ਦੇ ਵਿੱਚ, ਠੀਕ ਹੈ। ਇਸ ਦੇ ਵਿੱਚ ਕਈ ਉਪਪਲਾਂਟ ਹੁੰਦੇ ਨੇ, ਚਰਿੱਤਰ ਤੋੜ ਮਰੋੜ ਕੇ ਇਹਦੇ ਵਿੱਚ ਸ਼ਾਮਲ ਕੀਤੇ ਹੋਏ ਹੁੰਦੇ ਨੇ। ਤੇ ਆਕਾਰ ਦੇ ਬੰਧਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਕਹਾਣੀ ਨਾਲੋਂ ਘੱਟ ਗੁੰਝਲਦਾਰ ਤੇ ਤੋੜ ਮਰੋੜ ਕੇ ਦਿਖਾਈ ਦੇਣਗੇ, ਪਰ ਇਸ ਦੇ ਵਿੱਚ ਲੰਬੀ ਕਹਾਣੀ ਨਾਲੋਂ ਵਧੇਰੇ ਸੂਖਮਤਾਈਆਂ ਪੇਸ਼ਦੀਆਂ ਹੁੰਦੀਆਂ ਨੇ ਕਿਹਦੇ ਵਿੱਚ, ਨਾਵਲੇਟ ਦੇ ਵਿੱਚ। ਤੇ ਨਾਵਲੇਟ ਬਹੁਤਾ ਕਰਕੇ ਵੱਡੇ ਪੈਮਾਨੇ ਦੇ ਜਿਹੜੇ ਮੁੱਦਿਆਂ ਦੀ ਬਜਾਏ ਇੱਕ ਪਾਤਰ ਦੇ ਨਿੱਜੀ ਤੇ ਜਜ਼ਬਾਤੀ ਵਿਕਾਸ ਉੱਤੇ ਕੇਂਦਰਿਤ ਹੁੰਦਾ। ਭਾਵ ਕਿ ਨਾਵਲੇਟ ਦੇ ਵਿੱਚ ਇੱਕ ਜਿਹੜਾ ਪਾਤਰ ਹੈ ਉਹਦੇ ਨਿੱਜੀ, ਪਰਸਨਲ ਤੇ ਜਜ਼ਬਾਤੀ ਵਿਕਾਸ ਨੂੰ ਹੀ ਆਧਾਰ ਬਣਾਇਆ ਜਾਂਦਾ। ਤੇ ਪੱਛਮ ਵਿੱਚ ਪਹਿਲਾਂ ਨਾਵਲੇਟ ਆਮ ਕਰਕੇ ਵਿਅੰਗਾਤਮਕ, ਠੀਕ ਹੈ, ਨੈਤਿਕ, ਵਿਦਿਅਕ ਉਦੇਸ਼ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਖੇ ਜਾਂਦੇ ਸੀ। ਭਾਵ ਕਿ ਨਾਵਲੇਟ ਪਹਿਲਾਂ ਸ਼ੁਰੂ ਦੇ ਵਿੱਚ ਪੱਛਮ ਦੇ ਵਿੱਚ ਵਿਅੰਗਾਤਮਕ, ਨੈਤਿਕ ਜਾਂ ਵਿਦਿਅਕ ਉਦੇਸ਼ ਨੂੰ ਰੱਖ ਕੇ ਲਿਖੇ ਜਾਂਦੇ ਸੀ, ਜਿਸ ਕਰਕੇ ਇਹ ਕੇਵਲ ਕਿਸੇ ਇੱਕ ਪਾਤਰ ਦੀ ਕਥਾ ਜਾਂ ਕਹਾਣੀ ਨੂੰ ਪੇਸ਼ ਕਰਦੇ ਸੀ। ਤੇ ਨਾਵਲ ਵਾਂਗ ਨਾਵਲੇਟ ਆਮ ਕਰਕੇ ਕਾਂਡਾਂ ਦੇ ਵਿੱਚ ਨਹੀਂ ਹੁੰਦਾ। ਤੇ ਨਾਵਲੇਟ ਭਾਵ ਕਿ ਕਾਂਡਾਂ ਦੇ ਵਿੱਚ ਨਹੀਂ ਹੁੰਦਾ, ਜਿਵੇਂ ਕਿ ਤੁਹਾਡੇ ਪਾਠ ਪੁਸਤਕ ਦੇ ਵਿੱਚ ਜਿਹੜੇ ਕਿ ਨਾਵਲੇਟ ਭਾਵ ਕਿ ਤੁਹਾਡੇ ਹੁਣ ਪੰਜਾਬੀ ਕੰਪਲਸਰੀ ਦੇ ਵਿੱਚ ਜਿਹੜੇ ਕਿ ਨਾਵਲੇਟ ਲੱਗਿਆ ਹੋਇਆ ਹੈਗਾ BA ਸਮੈਸਟਰ 3 ਦੇ ਵਿੱਚ, ਰੋਹੀ ਬਿਆਵਾਨ, ਉਹਦੇ ਵਿੱਚ 20 ਕਾਂਡ ਨੇ, ਠੀਕ ਹੈ। ਤੇ ਨਾਵਲੇਟ ਦੇ ਵਿੱਚ ਐਵੇਂ ਦਾ ਕੁਛ ਨਹੀਂ ਹੁੰਦਾ। ਤੇ ਨਿੱਕੀ ਕਹਾਣੀ ਜਾਂ ਲੰਬੀ ਕਹਾਣੀ ਵਾਂਗ ਇਹ ਕੇਵਲ ਇੱਕ ਹੀ ਬੈਠਕ ਦੇ ਵਿੱਚ ਪੜ੍ਹਿਆ ਜਾਣ ਵਾਲਾ, ਭਾਵ ਕਿ ਇੱਕ ਹੀ ਸੀਟਿੰਗ ਦੇ ਵਿੱਚ ਬੈਠ ਕੇ ਉਹਨੂੰ ਆਪਾਂ ਪੜ੍ਹ ਸਕਦੇ ਹਾਂ ਨਾਵਲੇਟ ਨੂੰ। ਤੇ ਨਾਵਲ ਦਾ ਆਕਾਰ ਸਾਹਿਤ ਦੇ ਬਾਕੀ ਸਾਹਿਤ ਰੂਪਾਂ ਤੋਂ ਵੱਡਾ ਹੁੰਦਾ। ਹੁਣ ਨਾਵਲ ਬਾਰੇ ਗੱਲ ਕਰਨ ਦੁਬਾਰਾ, ਠੀਕ ਹੈ, ਦੋਨਾਂ ਬਾਰੇ ਗੱਲ ਕਰ ਰਹੇ ਹਾਂ, ਨਾਵਲੇਟ ਤੇ ਨਾਵਲ ਬਾਰੇ। ਤੇ ਇਹਦਾ ਆਕਾਰ ਬਾਕੀ ਸਾਹਿਤ ਰੂਪ ਦੇ ਨਾਲ ਵੱਡਾ ਹੁੰਦਾ, 40,000 ਤੋਂ ਵੱਧ ਇਹਦੇ ਵਿੱਚ ਸ਼ਬਦਾਂ ਦੀ ਗਿਣਤੀ ਹੁੰਦੀ ਹੈ। ਨਾਵਲ ਗਲਪ ਦਾ ਇੱਕ ਬਹੁਤ ਹੀ ਪ੍ਰਚਲਿਤ ਰੂਪ ਹੈ ਜਿਹੜਾ ਕਿ ਸਾਨੂੰ ਨਾਵਲੇਟ ਜਾਂ ਨੋਵੇਲਾ ਦੇ ਮੁਕਾਬਲੇ ਵਧੇਰੇ ਗਿਣਤੀ ਦੇ ਵਿੱਚ ਮਿਲਦਾ। ਭਾਵ ਕਿ
ਜਿਹੜਾ ਕਿ ਨਾਵਲ ਆ ਆਪਾਂ ਨੂੰ ਗਲਪ ਦੇ ਜਿਹੜੇ ਬਾਕੀ ਸਾਹਿਤ ਰੂਪ ਨੇ ਉਹਨਾਂ ਤੋਂ ਵੱਧ ਨਾਵਲੇਟ ਜਾਂ ਨੋਵੇਲਾ ਤੋਂ ਵੱਧ ਗਿਣਤੀ ਦੇ ਵਿੱਚ ਮਿਲਦੇ ਨੇ। ਤੇ ਤੁਸੀਂ ਕਿਹੜੇ ਰਾਈਟਰਸ ਨੇ ਨਾਵਲੇਟ ਭਾਵ ਕਿ ਜਿਨ੍ਹਾਂ ਨੇ ਨਾਵਲ ਲਿਖੇ ਹੋਏ ਨੇ ਤੁਸੀਂ ਉਹ ਨਾਵਲਕਾਰਾਂ ਦੇ ਨਾਮ ਵੀ ਲਿਖ ਸਕਦੇ ਹੋ, ਠੀਕ ਹੈ। ਤੇ ਨਾਵਲ ਆਮ ਕਰਕੇ ਕਈ ਮੁੱਖ ਪਾਤਰ ਹੁੰਦੇ ਨੇ ਇਹਦੇ ਵਿੱਚ, ਉਪ ਪਲਾਂਟ ਹੁੰਦੇ ਨੇ, ਵਿਵਾਦ ਹੁੰਦਾ, ਗੁੰਝਲਾਂ ਹੁੰਦੇ ਨੇ, ਦ੍ਰਿਸ਼ਟੀਕੋਣ ਸ਼ਾਮਲ ਹੁੰਦੇ ਨੇ। ਆਕਾਰ ਤੇ ਲੰਬਾਈ ਦੇ ਵਿੱਚ ਇਹ ਵੱਡਾ ਹੁੰਦਾ। ਅੱਗੇ ਤੁਸੀਂ ਅੰਤਰ ਆ ਜਿਹੜੇ ਕਿ ਐਵੇਂ ਹੈਡਿੰਗਸ ਦੇ ਬਣਾ ਕੇ ਲਿਖ ਸਕਦੇ ਹੋ ਤੇ ਇਹਨੂੰ ਐਵੇਂ ਲਾਈਨ ਲਗਾ ਕੇ ਵੀ ਲਿਖ ਸਕਦੇ ਹੋ, ਇੱਕ ਸਾਈਡ ਤੇ ਨਾਵਲੇਟ ਇੱਕ ਸਾਈਡ ਤੇ ਨਾਵਲ, ਐਵੇਂ ਵੀ ਲਿਖ ਸਕਦੇ ਹੋ, ਠੀਕ ਹੈ। ਸੋ ਐਵੇਂ ਵੱਧ ਯਾਦ ਹੁੰਦਾ, ਤਾਂ ਹੀ ਮੈਂ ਤੁਹਾਡਾ ਜਿਹੜੇ ਕਿ ਤੁਹਾਡੇ ਲਈ ਇਹ ਬਣਾਇਆ। ਆਕਾਰ, ਨਾਵਲ ਦਾ ਆਕਾਰ ਆ ਜਿਹੜੇ ਕਿ ਲੰਬਾ ਹੁੰਦਾ, ਵਿਸਤ੍ਰਿਤ ਹੁੰਦਾ ਤੇ 40,000 ਤੋਂ ਵਧੇਰੇ ਸ਼ਬਦ ਨੇ ਗਿਣਤੀ ਹੁੰਦੀ। ਜੇ ਤੁਹਾਨੂੰ ਜਿਹੜੇ ਕਿ ਜਿਹੜੀ ਪੋਰਸ਼ਨ ਸਭ ਤੋਂ ਸੌਖਾ ਲੱਗਦਾ, ਠੀਕ ਹੈ, ਤੁਸੀਂ ਉਵੇਂ ਉਹਦੇ ਅਕੋਰਡਿੰਗ ਕਰ ਸਕਦੇ ਹੋ, ਠੀਕ ਹੈ, ਚਾਹੇ ਲਾਈਨ ਲਗਾ ਕੇ ਚਾਹੇ ਐਵੇਂ। 40,000 ਤੋਂ ਵਧੇਰੇ ਸ਼ਬਦਾਂ ਦੀ ਗਿਣਤੀ ਹੁੰਦੀ ਹੈ, ਜਦਕਿ 40,000 ਤੋਂ ਪਲੱਸ ਸ਼ਬਦ ਹੁੰਦੇ ਨੇ ਇਹਦੇ ਵਿੱਚ ਨਾਵਲ 'ਚ। ਨਾਵਲੇਟ ਦੇ ਵਿੱਚ ਸ਼ਬਦਾਂ ਦੀ ਗਿਣਤੀ 17,000 ਤੋਂ ਲੈ ਕੇ 40,000 ਤੱਕ ਹੀ ਹੁੰਦੀ ਹੈ ਤੇ ਪੰਨੇ ਇਹਦੇ ਵਿੱਚ ਤੇ 60 ਤੋਂ ਲੈ ਕੇ 130 ਤੱਕ ਜਿਹੜੇ ਕਿ ਨਾਵਲੇਟ ਦੇ ਵਿੱਚ ਪੰਨੇ ਹੁੰਦੇ ਨੇ। ਪੰਨਿਆਂ ਦੀ ਗਿਣਤੀ, ਪੰਨੇ ਜਿਹੜੇ ਕਿ 60 ਤੋਂ ਲੈ ਕੇ 130 ਤੱਕ ਹੁੰਦੇ ਨੇ। ਅੱਗੇ ਬੈਠਕ ਤੇ ਪ੍ਰਭਾਵ। ਨਾਵਲੇਟ ਇੱਕੋ ਬੈਠਕ ਦੇ ਵਿੱਚ, ਇੱਕੋ ਹੀ ਸੀਟਿੰਗ ਦੇ ਵਿੱਚ ਆਪਾਂ ਇਹਨੂੰ ਬੈਠ ਕੇ ਪੜ੍ਹ ਸਕਦੇ ਹਾਂ ਨਾਵਲੇਟ ਨੂੰ, ਜਦਕਿ ਨਾਵਲ ਵੱਡੇ ਆਕਾਰ ਦਾ ਹੁੰਦਾ ਜਿਹਦੇ ਵਿੱਚ ਕਾਫੀ ਕਾਂਡ ਹੁੰਦੇ ਨੇ, ਜਿਸ ਕਰਕੇ ਉਹਨੂੰ ਇੱਕੋ ਸੀਟਿੰਗ ਦੇ ਵਿੱਚ ਨਹੀਂ ਪੜ੍ਹਿਆ ਜਾ ਸਕਦਾ। ਅੱਗੇ ਕਥਾਨਕ। ਨਾਵਲ ਆਕਾਰ ਦੇ ਵਿੱਚ ਲੰਬਾਈ ਤੇ ਆਕਾਰ ਦੇ ਵਿੱਚ ਲੰਬਾ ਹੋਣ ਕਰਕੇ ਇਹਦੇ ਕਥਾਨਕ ਦੇ ਵਿੱਚ ਅੱਗੇ ਕਈ ਹੋਰ ਪਲਾਂਟ ਹੁੰਦੇ ਨੇ, ਉਪ ਪਲਾਂਟ ਬਣਾਏ ਹੋਏ ਹੁੰਦੇ ਨੇ, ਠੀਕ ਹੈ। ਕਥਾਨਕ ਪਲਾਂਟ ਗੋਂਦ ਇੱਕੋ ਗੱਲ ਹੁੰਦੀ ਹੈ ਤੇ ਇਹਦੇ ਵਿੱਚ ਕਈ ਮੁੱਖ ਪਾਤਰ ਹੁੰਦੇ ਨੇ, ਉਪ ਪਲਾਂਟ ਹੁੰਦੇ ਨੇ, ਵਿਵਾਦ ਹੁੰਦੇ ਨੇ, ਗੁੰਝਲਾਂ ਹੁੰਦੀਆਂ ਨੇ, ਦ੍ਰਿਸ਼ਟੀਕੋਣ ਹੁੰਦੇ ਨੇ, ਠੀਕ ਹੈ। ਤੇ ਨਾਵਲੇਟ ਦੇ ਵਿੱਚ ਅਜਿਹਾ ਕੁਝ ਨਹੀਂ ਹੁੰਦਾ, ਇਹ ਕਿਸੇ ਇੱਕ ਪਾਤਰ ਦੀ ਕਥਾ ਜਾਂ ਕਹਾਣੀ ਨੂੰ ਪੇਸ਼ ਕਰਦਾ, ਠੀਕ ਹੈ। ਇਹਦੇ ਵਿੱਚ ਮਤਲਬ ਕਿ ਕਥਾਨਕ ਇੰਨਾ ਗੁੰਝਲਦਾਰ ਨਹੀਂ ਹੁੰਦਾ ਨਾਵਲੇਟ ਦੇ ਵਿੱਚ, ਤੇ ਗੁੰਝਲਦਾਰ ਹੁੰਦਾ ਨਾਵਲ ਦਾ, ਠੀਕ ਹੈ। ਕਾਂਡ। ਨਾਵਲ ਕਈ ਕਾਂਡਾਂ ਵਿੱਚ ਵੰਡਿਆ ਵਾ ਹੁੰਦਾ ਬਟ ਨਾਵਲੇਟ ਨਹੀਂ। ਅਗਲਾ ਹੈਡਿੰਗ ਬਣਾਓਗੇ ਤੁਸੀਂ ਪਾਤਰ ਚਿੱਤਰਣ, ਠੀਕ ਹੈ। ਨਾਵਲ ਦਾ ਦ੍ਰਿਸ਼ਟੀਕੋਣ, ਦ੍ਰਿਸ਼ਟੀ ਬਿੰਦੂ, ਬਹੁਤ ਸਾਰੇ ਪਾਤਰ ਹੁੰਦੇ ਨੇ ਨਾਵਲ ਦੇ ਵਿੱਚ, ਬਹੁਤ ਸਾਰੇ ਪਾਤਰ ਹੁੰਦੇ ਨੇ ਜਿਹੜੇ ਕਿ ਨਾਇਕਾ ਦੇ ਨਾਲ ਸਿੱਧੇ ਤੌਰ 'ਤੇ ਜੁੜੇ ਹੁੰਦੇ ਨੇ। ਸਭ ਦਾ ਵਰਣਨ ਹੁੰਦਾ ਨਾਵਲ ਦੇ ਵਿੱਚ, ਜਦਕਿ ਨਾਵਲੇਟ ਦੇ ਵਿੱਚ ਐਵੇਂ ਦਾ ਕੁਛ ਨਹੀਂ ਹੁੰਦਾ। ਉਹਦੇ ਵਿੱਚ ਇੱਕ ਪਾਤਰ ਜਾਂ ਇੱਕ ਕਹਾਣੀ ਨੂੰ ਵੀ ਪੇਸ਼ ਕਰ ਕੀਤਾ ਜਾਂਦਾ। ਪਰ ਜਿਹੜੇ ਅੱਜ ਨਾਵਲੇਟ ਦੇ ਵਿੱਚ ਜਿਹੜੇ ਕਿ ਬਹੁਤ ਗਿਣਤੀ ਦੇ ਵਿੱਚ ਵੀ ਪਾਤਰ ਸ਼ਾਮਲ ਹੋ ਜਾਂਦੇ ਨੇ, ਬਟ ਨਾਵਲ ਦੇ ਨਾਲੋਂ ਘੱਟ। ਨਾਵਲ ਦੇ ਵਿੱਚ ਜ਼ਿਆਦਾ ਪਾਤਰ ਹੁੰਦੇ ਨੇ। ਅੱਗੇ ਸਮੇਂ ਦੀ ਮਿਆਦ। ਨਾਵਲ ਦੀਆਂ ਘਟਨਾਵਾਂ ਲੰਬੇ ਸਮੇਂ ਦੇ ਵਿੱਚ ਵਾਪਰ ਸਕਦੀਆਂ ਨੇ, ਭਾਵ ਨਾਵਲ ਜਿਹੜੀ ਹੁਣ ਸ਼ਬਦੀ ਉਹਦੇ ਵਿੱਚ 40,000 ਪਲੱਸ ਹੁੰਦੇ ਨੇ, ਤਾਂ ਲੰਬੇ ਸਮੇਂ ਦੀ ਇਹਦੇ ਵਿੱਚ ਘਟਨਾਵਾਂ ਦਾ ਵਰਣਨ ਹੁੰਦਾ, ਬਟ ਜਿਹੜੇ ਕਿ ਇਹਦੇ ਵਿੱਚ ਨਹੀਂ ਹੁੰਦਾ ਨਾਵਲੇਟ ਦੇ ਵਿੱਚ। ਤੇ ਨਾਵਲ ਦੇ ਵਿੱਚ ਲੰਬੇ ਸਮੇਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਜਿਸ ਕਰਕੇ ਨਵੇਂ ਪਾਤਰਾਂ ਦੇ ਪ੍ਰਵੇਸ਼ ਦੇ ਨਾਲ ਨਾਵਲ ਦੀ ਰਚਨਾ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਦੀ ਜਾਂਦੀ ਹੁੰਦੀ ਹੈ। ਨਾਵਲੇਟ ਦੇ ਵਿੱਚ ਅਜਿਹਾ ਨਹੀਂ ਹੁੰਦਾ, ਠੀਕ ਹੈ। ਸੋ ਇਹ ਸੀ ਤੁਹਾਡਾ ਨਾਵਲ ਤੇ ਨਾਵਲੇਟ ਦੇ ਵਿੱਚ ਅੰਤਰ। ਥੈਂਕਸ।